हाँ जी स्टूडेंट्स, वेलकम टू बंसल अकेडमी। मेरे ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਮੈਂਟਰ ਅਮਨਪ੍ਰੀਤ ਸਿੰਘ। हाँ जी स्टूडेंट्स, ਆਪਾਂ ਅੱਜ ਗੱਲ ਕਰ ਰਹੇ ਹਾਂ ਜੀ ਸੁਪਰੀਮ ਕੋਰਟ ਦੀ। देखो इंडियन पॉलिटी ਦੇ ਵਿੱਚ ਸੁਪਰੀਮ ਕੋਰਟ ਇੱਕ ਬੜਾ ਹੀ ਇੰਪੋਰਟੈਂਟ ਟੌਪਿਕ ਹੈ। ਖੈਰ ਹਰ ਇੱਕ ਟੌਪਿਕ ਇੰਪੋਰਟੈਂਟ ਹੁੰਦਾ, ਬਟ ਜੇ ਆਪਾਂ ਦੇਖੀਏ ਸੁਪਰੀਮ ਕੋਰਟ ਦੇ ਵਿੱਚੋਂ ਜੇ ਆਪਾਂ ਅੱਜ ਦੇ ਟ੍ਰੈਂਡ ਦੇਖਦੇ ਹਾਂ, ਜਿਵੇਂ ਹੁਣ ਪਿੱਛੇ ਗਵਰਨਮੈਂਟ ਜੌਬ ਦੇ ਰਿਗਾਰਡਿੰਗ ਪੰਜਾਬ ਦੇ ਵਿੱਚ ਕਈ ਪੇਪਰ ਹੋਏ ਨੇ, ਤਾਂ ਉਹਨਾਂ ਦੇ ਵਿੱਚੋਂ ਪੋਲਿਟੀ ਦੇ ਵਿੱਚੋਂ ਸਭ ਤੋਂ ਜ਼ਿਆਦਾ ਕੁਐਸਚਨਸ ਆਏ ਨੇ ਤੇ ਸੁਪਰੀਮ ਕੋਰਟ ਦੇ ਵਿੱਚੋਂ ਵੀ ਸਟੂਡੈਂਟਸ ਕਈ ਤਰ੍ਹਾਂ ਦੇ ਜਿਹੜੇ ਕੁਐਸਚਨਸ ਨੇ ਉਹ ਬਣਦੇ ਨੇ। ਸਭ ਤੋਂ ਪਹਿਲਾਂ ਤਾਂ ਸਟੂਡੈਂਟਸ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਜਿਹੜਾ ਸੁਪਰੀਮ ਕੋਰਟ ਹੈ ਇਹ ਕਿਹੜੇ ਆਰਟੀਕਲ ਤੋਂ ਲੈ ਕੇ ਕਿਹੜੇ ਤੱਕ ਹੈ। ਠੀਕ ਹੈ ਜੀ, ਕਿਹੜੇ ਪਾਰਟ ਦੇ ਵਿੱਚ ਹੈ ਸਟੂਡੈਂਟਸ? ਇਹ ਪਾਰਟ 5 ਦੇ ਵਿੱਚ ਹੈ, ਪਾਰਟ 5 ਤੇ ਆਰਟੀਕਲ 124 ਤੋਂ ਲੈ ਕੇ 147 ਇਹ ਸਟੂਡੈਂਟ ਸੁਪਰੀਮ ਕੋਰਟ ਦੇ ਆਰਟੀਕਲ ਨੇ। ਹੁਣ ਇੱਕ ਗੱਲ ਨੋਟ ਕਰਨੀ ਹੈ, ਇੰਡੀਆ ਦੇ ਵਿੱਚ ਜਿਹੜਾ ਆਪਣਾ ਜੁਰੀਡਿਕਸ਼ਨ ਇੰਡੀਆ ਦੇ ਵਿੱਚ ਜਿਹੜਾ ਜੁਡੀਸ਼ਰੀ ਸਿਸਟਮ ਆ ਪੂਰੇ ਸਟੂਡੈਂਟ ਸਿੰਗਲ ਜੁਡੀਸ਼ਰੀ ਸਿਸਟਮ ਆ। ਸਿੰਗਲ ਦਾ ਮਤਲਬ ਕੀ ਹੈ? ਹੁਣ ਜਿਵੇਂ ਦੇਖੋ ਸਟੂਡੈਂਟਸ ਇਸ ਤਰ੍ਹਾਂ ਆਪਣੇ ਕੋਲ ਇੱਕ ਇਸ ਤਰ੍ਹਾਂ ਸਟੂਡੈਂਟ ਦੇਖੋ ਮੈਂ ਦੋ ਟ੍ਰਾਇੰਗਲ ਬਣਾਏ ਨੇ, ਦੋ ਪਿਰਾਮਿਡ ਬਣਾਏ। ਹੁਣ ਦੇਖੋ ਜੇ ਆਪਾਂ ਅਮਰੀਕਾ ਦੇ ਵਿੱਚ ਗੱਲ ਕਰੀਏ, ਉੱਥੇ ਅਮਰੀਕਾ ਦੇ ਵਿੱਚ ਕੀ ਹੈ, ਉੱਥੇ ਆ ਦੇਖੋ ਸਟੇਟ ਦੀ ਜਿਹੜੀ ਕੋਰਟ ਅਲੱਗ ਹੈ, ਨੋ ਡਾਊਟ ਆਪਣੇ ਵੀ ਸਟੇਟ ਦੇ ਲਈ ਹਾਈ ਕੋਰਟ ਅਲੱਗ ਹੈ, ਆਪਾਂ ਹਾਈ ਕੋਰਟ ਦਾ ਜ਼ਿਕਰ ਕਰਦੇ ਹਾਂ। ਪਰ ਉੱਥੇ ਕੀ ਹੈ, ਉੱਥੇ ਦੇਖੋ ਉਰੇ ਹਾਈ ਕੋਰਟ ਤੋਂ ਜਿਹੜਾ ਸੁਪਰੀਮ ਕੋਰਟ ਆ ਉਹ ਫੈਸਲਾ ਮੰਗਵਾ ਨਹੀਂ ਸਕਦੀ। ਠੀਕ ਹੈ ਜੀ, ਬਟ ਪੂਰੇ ਆਪਣੇ ਇੰਡੀਆ ਦੇ ਵਿੱਚ ਕੀ ਹੈ, ਆਪਣੇ ਸਿੰਗਲ ਸਿਸਟਮ ਹੋਣ ਕਰਕੇ, ਇਕੁਅਲ ਸਿਸਟਮ ਹੋਣ ਕਰਕੇ ਆ ਦੇਖੋ ਉਰੇ ਨੂੰ ਆਪਾਂ ਤਿੰਨ ਪਾਰਟਸ ਦੇ ਵਿੱਚ ਡਿਵਾਈਡ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਉਰੇ ਜਿਹੜਾ ਇੱਥੇ ਸਭ ਤੋਂ ਪਹਿਲਾਂ ਸਟੂਡੈਂਟ ਲੋਕਲ ਕੋਰਟ ਆ ਜਾਂਦੀਆਂ ਨੇ। ਲੋਕਲ ਕੋਰਟ ਜਿਹਨੂੰ ਆਪਾਂ ਡਿਸਟ੍ਰਿਕਟ ਕੋਰਟ ਕਹਿ ਦਿੰਦੇ ਆ। ਉਰੇ ਫਿਰ ਆ ਜਾਂਦਾ ਜੀ ਹਾਈ ਕੋਰਟ ਤੇ ਸਭ ਤੋਂ ਇੱਥੇ ਉੱਪਰ ਹੈ ਜਿਹੜਾ ਇੱਥੇ ਆ ਜਾਂਦਾ ਜੀ ਸੁਪਰੀਮ ਕੋਰਟ। ਤਾਂ ਸਟੂਡੈਂਟ ਸਭ ਤੋਂ ਪਹਿਲਾਂ ਜਿਹੜੀ ਇਹ ਲੋਕਲ ਕੋਰਟ ਹੈ ਆਮ ਤੌਰ ਤੇ ਫੈਸਲੇ ਇਹਨਾਂ ਦੇ ਵਿੱਚ ਚੱਲਦੇ ਨੇ, ਫਿਰ ਇਸ ਤੋਂ ਬਾਅਦ ਇੱਥੇ ਚੱਲਦੇ ਨੇ, ਦੈਨ ਲਾਸਟ ਦੇ ਉੱਤੇ ਹੈ ਸੁਪਰੀਮ ਕੋਰਟ। ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਉਹ ਲਾਸਟ ਫੈਸਲਾ, ਇਹਦੇ ਵਿਰੁੱਧ ਕਿਤੇ ਵੀ ਅਪੀਲ ਨਹੀਂ ਕੀਤੀ ਜਾਂਦੀ। ਠੀਕ ਹੈ ਜੀ, ਜਿਹੜਾ ਆਪਣਾ ਇੰਡੀਆ ਦਾ ਜੁਡੀਸ਼ਰੀ ਸਿਸਟਮ ਆ, ਕਿਉਂਕਿ ਸਟੂਡੈਂਟਸ ਆਮ ਤੌਰ ਤੇ ਜੇ ਕਿਸੇ ਦੇਸ਼ ਦੀ ਦਾ ਐਡਮਿਨਿਸਟ੍ਰੇਸ਼ਨ ਦੇਖਣਾ ਹੋਵੇ, ਉਸ ਦੀ ਗਵਰਨਮੈਂਟ ਦਾ ਵਰਕਿੰਗ ਸਟਾਈਲ ਦੇਖਣਾ ਹੋਵੇ, ਉਹਦੀ ਦੇਸ਼ ਦੀ ਪ੍ਰੋਗਰੈਸ ਦੇਖਣੀ ਹੋਵੇ, ਉਹਦੀ ਡਿਵੈਲਪਮੈਂਟ ਦੇਖਣੀ ਹੋਵੇ, ਤਾਂ ਉਹਦਾ ਜੁਡੀਸ਼ਰੀ ਸਿਸਟਮ ਦੇਖਣਾ ਬਹੁਤ ਜ਼ਰੂਰੀ ਹੈ। ਜੇ ਜੁਡੀਸ਼ਰੀ ਸਿਸਟਮ ਵਧੀਆ ਹੈ ਤਾਂ ਮੰਨ ਲਓ ਦੇਸ਼ ਦੇ ਵਿੱਚ ਡਿਵੈਲਪਮੈਂਟ ਵੀ ਹੈ। ਠੀਕ ਹੈ ਜੀ, ਆਮ ਤੌਰ ਤੇ ਜੇ ਆਪਾਂ ਇੰਡੀਆ ਦੇ ਜੁਡੀਸ਼ਰੀ ਸਿਸਟਮ ਨੂੰ ਆਮ ਤੌਰ ਤੇ ਸਟੂਡੈਂਟਸ ਦੇ ਤੇ ਕਿੰਤੂ ਪਰੰਤੂ ਹੈ ਜਿਹੜਾ ਹੁੰਦਾ ਰਹਿੰਦਾ। ਪਰ ਹੁਣ ਜੇ ਆਪਾਂ ਗੱਲ ਕਰੀਏ ਹਾਈ ਕੋਰਟ ਦੀ ਜਾਂ ਸੁਪਰੀਮ ਕੋਰਟ ਦੀ, ਦੇਖੋ ਹੁਣ ਸਟੂਡੈਂਟਸ ਇਹ ਸਭ ਤੋਂ ਪਹਿਲਾਂ ਇੱਥੇ ਲੋਕਲ ਕੋਰਟ ਨੇ ਜੀ। ਹੁਣ ਲੋਕਲ ਕੋਰਟ ਦੇ ਲਈ ਆਰਟੀਕਲ ਹੁੰਦਾ 233। ਠੀਕ ਹੈ ਜੀ, ਹਾਈ ਕੋਰਟ ਦੇ ਲਈ ਆਰਟੀਕਲ ਹੁੰਦਾ 214 ਤੇ ਸੁਪਰੀਮ ਕੋਰਟ ਦੇ ਲਈ ਹੁੰਦਾ 124। ਹਲੋ ਪਹਿਲਾਂ ਤਾਂ ਇਹ ਤਿੰਨ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ। ਹਾਈ ਕੋਰਟ ਦਾ ਆਪਾਂ ਇੱਕ ਅਲੱਗ ਤੋਂ ਕਲਾਸ ਬਣਾਉਂਦੇ ਹੁੰਦੇ ਆ, ਹਾਈ ਕੋਰਟ ਇੱਕ ਅਲੱਗ ਤੋਂ ਟੌਪਿਕ ਬਣਦਾ। ਹੁਣ ਸਟੂਡੈਂਟਸ ਜਿਹੜਾ ਆਰਟੀਕਲ 124 ਹੈ, ਆਰਟੀਕਲ 124 ਦੇ ਤਹਿਤ ਹੀ ਭਾਰਤ ਦੇ ਵਿੱਚ ਇੱਕ ਸੁਪਰੀਮ ਕੋਰਟ ਹੈ ਜਿਹੜੀ ਉਹ ਬਣਦੀ। ਠੀਕ ਹੈ, ਹੁਣ ਸਟੂਡੈਂਟਸ ਜੇ ਮੈਂ ਤੁਹਾਨੂੰ ਪਹਿਲਾਂ ਥੋੜੀ ਜਿਹੀ ਆਪਾਂ ਜਿਹਦੀ ਹਿਸਟਰੀ ਵੱਲ ਚੱਲੀਏ ਤੇ ਇਤਿਹਾਸ ਵੱਲ ਚੱਲੀਏ, ਤਾਂ ਸੁਪਰੀਮ ਕੋਰਟ ਕਦੋਂ ਬਣੀ, ਕਿਵੇਂ ਬਣੀ, ਭਾਰਤ ਦੇ ਵਿੱਚ ਪਹਿਲੀ ਅਦਾਲਤ ਕਦੋਂ ਬਣੀ, ਕਿਵੇਂ ਬਣੀ, ਸਾਰਾ ਕੁਝ। ਤਾਂ ਸਟੂਡੈਂਟਸ ਜੇ ਆਪਾਂ ਪਹਿਲੀ ਅਦਾਲਤ ਦੀ ਗੱਲ ਕਰੀਏ, ਸਭ ਤੋਂ ਪਹਿਲਾਂ 1773 ਦੇ ਵਿੱਚ ਰੈਗੂਲੇਟਿੰਗ ਐਕਟ ਦੇ ਨਾਲ ਕੋਲਕਾਤਾ ਦੇ ਵਿੱਚ ਬਣੀ ਸੀ। ਕਲਕੱਤਾ ਦੇ ਵਿੱਚ ਸਟੂਡੈਂਟ ਜਿਹੜੀ ਪਹਿਲੀ ਅਦਾਲਤ ਬਣੀ ਸੀਗੀ, ਹਾਂਜੀ ਉਸ ਸਮੇਂ ਸਟੂਡੈਂਟ ਕਲਕੱਤਾ ਕਿਹਾ ਜਾਂਦਾ ਸੀ, ਅੱਜਕੱਲ ਚਲੋ ਕੈਲਕਟਾ ਕਹਿ ਦਿੰਦੇ ਆ। ਤਾਂ ਕਲਕੱਤਾ ਦੇ ਵਿੱਚ ਪਹਿਲੀ ਅਦਾਲਤ ਬਣੀ ਸੀਗੀ 1773 ਦੇ ਰੈਗੂਲੇਟਿੰਗ ਐਕਟ ਦੇ ਨਾਲ, ਤੇ ਇਹਦੇ ਵਿੱਚ ਉਸ ਸਮੇਂ ਸਟੂਡੈਂਟਸ 4 ਜੱਜ ਹੋਇਆ ਕਰਦੇ ਸੀ। ਪਰ ਇਹਦਾ ਜਿਹੜਾ ਏਰੀਆ ਹੈ ਉਹ ਸਿਰਫ ਕਲਕੱਤੇ ਤੱਕ ਹੀ ਸੀਮਿਤ ਹੁੰਦਾ ਸੀ। ਇਹ ਪਹਿਲੀ ਅਦਾਲਤ ਸੀਗੀ ਜਿਹੜੀ ਭਾਰਤ ਦੇ ਵਿੱਚ ਬਣੀ ਸੀ। ਇਸ ਤੋਂ ਪਹਿਲਾਂ ਕੋਈ ਵੀ ਅਦਾਲਤ ਆਪਾਂ ਨੂੰ ਭਾਰਤ ਦੇ ਵਿੱਚ ਦੇਖਣ ਨੂੰ ਨਹੀਂ ਮਿਲੀ ਸੀ। ਠੀਕ ਹੈ ਜੀ, ਹੁਣ ਇਹ ਜਿਹੜੀ ਇਹ ਕਿਤੇ ਨਾ ਕਿਤੇ ਇੱਕ ਤਰ੍ਹਾਂ ਇਹਨੂੰ ਆਪਾਂ ਸੁਪਰੀਮ ਕੋਰਟ ਕਹਿ ਸਕਦੇ ਹਾਂ, ਕਿਉਂਕਿ ਇੰਡੀਆ ਦੇ ਵਿੱਚ ਫਸਟ ਜਿਹੜੀ ਕੋਰਟ ਸੀਗੀ। ਇਸ ਤੋਂ ਬਾਅਦ ਹਾਈ ਕੋਰਟ ਬਣਨੀਆਂ ਸ਼ੁਰੂ ਹੋਈਆਂ ਨੇ। ਜਿਵੇਂ ਆਪਾਂ ਕਹੀਏ 1857 ਤੋਂ ਬਾਅਦ 1858 ਦੇ ਵਿੱਚ ਕਲਕੱਤਾ, ਮਦਰਾਸ ਤੇ ਬੰਬੇ ਇੱਥੇ ਜਿਹੜੀਆਂ ਅਦਾਲਤਾਂ ਬਣੀਆਂ ਸੀ ਇਹ ਹਾਈ ਕੋਰਟ ਸੀ।
ਤੇ ਇਹ ਜਿਹੜੀ ਪਹਿਲੀ ਹਾਈ ਕੋਰਟ ਹੈ ਕਲਕੱਤਾ ਦੇ ਵਿੱਚ, ਕਿਤੇ ਨਾ ਕਿਤੇ ਆਪਾਂ ਇਹਨੂੰ ਸੁਪਰੀਮ ਕੋਰਟ ਕਹਿ ਸਕਦੇ ਹਾਂ, ਬੇਸ਼ੱਕ ਇਹਦਾ ਏਰੀਆ ਕਲਕੱਤੇ ਤੱਕ ਹੀ ਸੀਮਤ ਹੈ। ਠੀਕ ਹੈ ਜੀ। ਇਸ ਤਰ੍ਹਾਂ ਸਟੂਡੈਂਟ ਜਿਹੜਾ ਆਪਣੇ ਇੰਡੀਆ ਦੇ ਵਿੱਚ ਕੋਰਟ ਬਣਨੀਆਂ ਸ਼ੁਰੂ ਹੋਈਆਂ, ਜੁਡੀਸ਼ਰੀ ਸਿਸਟਮ ਹੈ ਜਿਹੜਾ ਇੰਡੀਆ ਦੇ ਵਿੱਚ ਸ਼ੁਰੂ ਹੋਇਆ, ਤੇ ਉਸ ਤੋਂ ਬਾਅਦ ਸਟੂਡੈਂਟ ਹੌਲੀ ਹੌਲੀ ਜਿਹੜੀਆਂ ਹਾਈ ਕੋਰਟ ਬਣਦੀਆਂ ਗਈਆਂ। ਫਿਰ ਸਟੂਡੈਂਟ 1935 ਜਿਹੜਾ 1935 ਦਾ ਐਕਟ ਇਹਨੂੰ ਕਹਿੰਦੇ ਗਵਰਨਮੈਂਟ ਆਫ ਇੰਡੀਆ, ਗਵਰਨਮੈਂਟ ਆਫ ਇੰਡੀਆ। ਇਸ ਐਕਟ ਦੇ ਤਹਿਤ ਹੀ ਸਟੂਡੈਂਟਸ 1937 ਦੇ ਵਿੱਚ, ਇਹ ਐਕਟ ਤੋਂ ਬਾਅਦ ਦੇਖੋ ਇਹ ਐਕਟ ਕਦੋਂ ਬਣਿਆ ਜੀ, ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਬਣਿਆ। ਇਸ ਐਕਟ ਤੋਂ ਬਾਅਦ 1937 ਦੇ ਵਿੱਚ ਇੰਡੀਆ ਦੇ ਵਿੱਚ ਇੱਕ ਫੈਡਰਲ ਕੋਰਟ ਬਣੀ, ਫੈਡਰਲ ਕੋਰਟ। ਹੁਣ ਸਟੂਡੈਂਟ ਜਿਹੜੀ ਇਹ ਫੈਡਰਲ ਕੋਰਟ ਆ, ਇਹ ਇੰਡੀਆ ਦੀ ਸਭ ਤੋਂ ਵੱਡੀ ਅਦਾਲਤ ਸੀ। ਕੋਈ ਵੀ ਅਦਾਲਤ ਹੈ ਜਿਹੜੀ ਉਸ ਦੇ ਵਿਰੁੱਧ ਇੰਡੀਆ ਦੇ ਵਿੱਚ ਅਪੀਲ ਇਸ ਦੇ ਵਿੱਚ ਕੀਤੀ ਜਾਂਦੀ ਸੀ ਫੈਡਰਲ ਕੋਰਟ ਦੇ ਵਿੱਚ। ਬਟ ਫੈਡਰਲ ਕੋਰਟ ਤੋਂ ਬਾਅਦ ਜਿਹੜੀ ਕੋਰਟ ਹੈ ਉਹ ਕਿਹੜੀ ਸੀਗੀ, ਉਹ ਸੀਗੀ ਜੀ ਪ੍ਰੀਵੀ ਕਾਉਂਸਲ। ਹੁਣ ਆ ਪ੍ਰੀਵੀ ਕਾਉਂਸਲ ਕਿੱਥੇ ਹੈ, ਪ੍ਰੀਵੀ ਕਾਉਂਸਲ ਸੀਗੀ ਯੂਕੇ ਦੇ ਵਿੱਚ, ਯੂਨਾਈਟਿਡ ਕਿੰਗਡਮ ਗ੍ਰੇਟਰ ਬ੍ਰਿਟੇਨ ਦੇ ਵਿੱਚ, ਤਾਂ ਇਹ ਉੱਥੇ ਹੋਇਆ ਕਰਦੀ ਸੀ। ਪ੍ਰੀਵੀ ਕਾਉਂਸਲ ਕਿੱਥੇ ਸੀਗੀ, ਯੂਕੇ ਦੇ ਵਿੱਚ ਸੀਗੀ। ਤਾਂ ਪੂਰੇ ਇਹ ਜਿਹੜੀ ਫੈਡਰਲ ਕੋਰਟ ਹੈ ਇਹਦੇ ਉੱਪਰ ਅਦਾਲਤ ਸੀਗੀ ਪ੍ਰੀਵੀ ਕਾਉਂਸਲ। ਪ੍ਰੀਵੀ ਕਾਉਂਸਲ ਦਾ ਜਿਹੜਾ ਡਿਸੀਜਨ ਹੈ ਉਹ ਲਾਸਟ ਡਿਸੀਜਨ ਹੁੰਦਾ ਸੀ, ਤੇ ਇਸ ਤੋਂ ਵੱਧ ਜਿਹੜਾ ਇਸ ਤੋਂ ਉੱਪਰ ਕੋਈ ਅਦਾਲਤ ਨਹੀਂ ਸੀ ਹੁੰਦੀ ਪ੍ਰੀਵੀ ਕਾਉਂਸਲ ਤੋਂ ਉੱਪਰ। ਪ੍ਰੀਵੀ ਕਾਉਂਸਲ ਹੈ ਜਿਹੜੀ ਇਹ ਲਾਸਟ ਕੋਰਟ ਸੀਗੀ। ਠੀਕ ਹੈ। ਬਟ ਫਿਰ 1947 ਦੇ ਵਿੱਚ ਆਪਣਾ ਦੇਸ਼ ਆਜ਼ਾਦ ਹੋ ਗਿਆ। 1947 ਦੇ ਵਿੱਚ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਤਾਂ ਸਟੂਡੈਂਟਸ ਜਿਹੜੀ ਆਪਣੀ ਫੈਡਰਲ ਕੋਰਟ ਆ ਉਸ ਸਮੇਂ ਵੀ ਇੰਡੀਆ ਦੇ ਵਿੱਚ ਹੈਗੀ ਆ। ਫੈਡਰਲ ਕੋਰਟ ਕਿੱਥੇ ਹੈ, ਇਹ ਦਿੱਲੀ ਦੇ ਵਿੱਚ ਸੀਗੀ। ਇਸ ਤੋਂ ਬਾਅਦ ਸਟੂਡੈਂਟਸ ਜਿਹੜਾ ਉਸ ਸਮੇਂ 1947 ਤੋਂ ਲੈ ਕੇ 1950 ਤੱਕ ਇਹ ਫੈਡਰਲ ਕੋਰਟ ਦੇ ਤੌਰ ਤੇ ਹੀ ਕੰਮ ਕਰਦੀ ਰਹੀ। ਬਟ ਜਦੋਂ ਸਟੂਡੈਂਟਸ ਆਪਣਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਤਾਂ ਉਸੇ ਦਿਨ ਤੋਂ ਸਟੂਡੈਂਟਸ ਜਿਹੜੀ ਇਹ ਫੈਡਰਲ ਕੋਰਟ ਹੈ ਇਹ ਕੀ ਬਣ ਗਈ ਜੀ, ਸੁਪਰੀਮ ਕੋਰਟ, ਸੁਪਰੀਮ ਕੋਰਟ ਆਫ ਇੰਡੀਆ। ਤਾਂ ਸਟੂਡੈਂਟਸ ਹੁਣ ਇਹ ਜਿਹੜੀ ਭਾਰਤ ਦੀ ਸੁਪਰੀਮ, ਸੁਪਰੀਮ ਮਤਲਬ ਸਰਵਉੱਚ, ਇਸ ਕਰਕੇ ਇਹਨੂੰ ਪੰਜਾਬੀ ਚ ਆਪਾਂ ਸਰਵਉੱਚ ਅਦਾਲਤ ਕਹਿ ਦਿੰਦੇ ਆ, ਇੰਗਲਿਸ਼ ਆਪਾਂ ਇਹਨੂੰ ਸੁਪਰੀਮ ਕੋਰਟ ਕਹਿ ਦਿੰਦੇ ਆ। ਸਰਵਉੱਚ ਇੰਡੀਆ ਦੇ ਵਿੱਚ ਸਭ ਤੋਂ ਉੱਚੀ ਅਦਾਲਤ ਹੈ, ਇਸ ਤੋਂ ਉੱਚੀ ਕੋਈ ਅਦਾਲਤ ਨਹੀਂ ਹੈਗੀ। ਠੀਕ ਹੈ ਜੀ। ਇਸ ਤਰ੍ਹਾਂ ਸਟੂਡੈਂਟਸ ਇਹ ਜਿਹੜੀ 1935 ਦੇ ਐਕਟ ਦੇ ਨਾਲ ਜਿਹੜੀ 1937 ਦੇ ਵਿੱਚ ਫੈਡਰਲ ਕੋਰਟ ਬਣੀ ਹੈ ਉਹ ਹੀ ਬਾਅਦ ਦੇ ਵਿੱਚ 1950 ਦੇ ਵਿੱਚ ਆ ਕੇ ਸੁਪਰੀਮ ਕੋਰਟ ਹੈ ਜਿਹੜੀ ਉਹ ਬਣਦੀ ਹੈ। ਇਹ ਪੁਆਇੰਟ ਆਪਾਂ ਨੂੰ ਪਤਾ ਹੋਣਾ ਚਾਹੀਦਾ। ਹੁਣ ਸਟੂਡੈਂਟਸ ਨੂੰ ਇੱਕ ਗੱਲ ਯਾਦ ਰੱਖਿਓ, 1950 ਦੇ ਵਿੱਚ ਜਦੋਂ ਇਹ ਬਣੀ ਸੀ ਤਾਂ ਇਹਦੇ ਟੋਟਲ ਜੱਜ ਕਿੰਨੇ ਸੀ ਜੀ, 8। ਹੁਣ 8 ਕਿਵੇਂ, 7 + 1। ਹੁਣ 7 ਹੈ ਜਿਹੜੇ ਇਹ ਜੱਜਿਸ ਤੇ ਇੱਕ ਕਿਹੜਾ ਹੈ CJI, ਚੀਫ ਜਸਟਿਸ ਆਫ ਇੰਡੀਆ। ਤਾਂ ਇਹਨਾਂ ਨੂੰ ਟੋਟਲ ਮਿਲਾ ਕੇ ਸਟੂਡੈਂਟ ਇਹ ਜਿਹੜੇ 8 ਜੱਜ ਹੋਇਆ ਕਰਦੇ ਸੀ 1950 ਦੇ ਵਿੱਚ। ਤੇ ਹੀਰਾ ਲਾਲ ਜੇ ਕਨੀਆ, ਹੀਰਾ ਲਾਲ ਜੇ ਕਨੀਆ ਸਟੂਡੈਂਟਸ ਇੰਡੀਆ ਦੇ ਵਿੱਚ ਸੁਪਰੀਮ ਕੋਰਟ ਦੇ ਫਰਸਟ CJI, ਪਹਿਲੇ ਚੀਫ ਜਸਟਿਸ ਆਫ ਇੰਡੀਆ ਬਣੇ ਨੇ। ਇਸ ਤਰ੍ਹਾਂ ਸਟੂਡੈਂਟਸ ਟੋਟਲ ਜਿਹੜੇ ਜੱਜ ਪਹਿਲਾਂ ਦੇਖੋ ਜੱਜ 7 + 1 CJI ਤੇ 1950 ਦੇ ਵਿੱਚ 8 ਹੁੰਦੇ ਸੀ। ਪਰ ਜੇ ਮੈਂ ਐਟ ਪ੍ਰੈਜ਼ੈਂਟ ਗੱਲ ਕਰਾਂ, ਜੇ ਅੱਜ ਦੇ ਵਿੱਚ ਸਮੇਂ ਦੀ ਸਟੂਡੈਂਟਸ ਗੱਲ ਕਰੀਏ ਤਾਂ ਇਹ ਨੇ ਜੀ 34। ਅੱਜ ਦੇ ਸਮੇਂ ਵਿੱਚ ਸਟੂਡੈਂਟ 34 ਜੱਜ ਨੇ। ਹੁਣ ਜਿਹੜੇ ਇਹ 34 ਜੱਜ ਨੇ, 34 ਦੇ ਵਿੱਚ ਕਿਵੇਂ 33 + 1 ਪਲੱਸ ਇਹਦੇ ਵਿੱਚ ਇੱਕ ਜਦੋਂ ਆਪਾਂ ਕਾਊਂਟ ਕਰਦੇ ਆ ਤਾਂ ਬਣ ਜਾਂਦੇ ਨੇ ਜੀ 34। ਹੁਣ ਦੇਖੋ ਸਟਾਰਟਿੰਗ ਦੇ ਵਿੱਚ ਸੀਗੇ 8 1950 ਤੋਂ ਲੈ ਕੇ 1950 ਤੋਂ ਸ਼ੁਰੂ ਹੋਇਆ ਤੇ 2024 ਤੱਕ ਪੂਰੇ ਜਿਹੜੇ ਸਟੂਡੈਂਟਸ 34 ਜੱਜ ਹੋ ਚੁੱਕੇ ਨੇ। ਹੁਣ ਜੱਜਾਂ ਨੂੰ ਜਿਹੜਾ ਵਧਾਉਣਾ ਇਹ ਕਿਹਦੇ ਉੱਤੇ ਹੈ ਜੀ, ਇਹ ਪਾਰਲੀਮੈਂਟ ਹੈ। ਇਹ ਸੁਪਰੀਮ ਕੋਰਟ ਆਪਣੇ ਲੈਵਲ ਦੇ ਉੱਤੇ ਨਹੀਂ ਕਰ ਸਕਦੀ, ਇਹ ਪਾਰਲੀਮੈਂਟ ਹੈ ਜਿਹੜੀ ਐਕਟ ਪਾਸ ਕਰਕੇ ਹੀ ਜਿਹੜੇ ਜੱਜ ਹੈ ਉਹ ਬਣਾਉਂਦੀ ਹੈ। ਠੀਕ ਹੈ ਜੀ। ਹੁਣ ਸਟੂਡੈਂਟਸ ਜਿਵੇਂ ਪਹਿਲੀ ਵਾਰੀ 1956 ਦੇ ਵਿੱਚ ਸਟੂਡੈਂਟ ਸੰਖਿਆ 8 ਤੋਂ ਵਧਾ ਕੇ 11 ਕੀਤੀ ਗਈ। ਠੀਕ ਹੈ ਜੀ। ਪਹਿਲੀ ਵਾਰੀ ਸਟੂਡੈਂਟਸ 8 ਤੋਂ ਵਧਾ ਕੇ 11 ਕਦੋਂ ਕੀਤੀ ਗਈ, 1956 ਦੇ ਵਿੱਚ। ਹਾਂਜੀ। ਫਿਰ ਇਸ ਤੋਂ ਬਾਅਦ ਸਟੂਡੈਂਟਸ 1960 ਦੇ ਵਿੱਚ ਜਿਹੜੀ 13 ਕਰ ਦਿੱਤੀ ਗਈ। ਫਿਰ 1978 ਦੇ ਵਿੱਚ ਹਾਂਜੀ 18 ਤੇ 1986 ਦੇ ਵਿੱਚ ਸਟੂਡੈਂਟਸ ਜਿਹੜੀ ਇਹ 26 ਕੀਤੀ ਗਈ। ਠੀਕ ਹੈ ਜੀ। ਹਾਂਜੀ।
1986 ਦੇ ਵਿੱਚ ਜਿਹੜੇ ਆਪਣੇ ਕੋਲ ਟੋਟਲ ਜੱਜ ਨੇ ਉਹ 26 ਹੋਏ ਹਨ। ਫਿਰ ਇਸ ਤੋਂ ਬਾਅਦ ਸਟੂਡੈਂਟਸ 2009 ਦੇ ਵਿੱਚ ਇਹ ਸੰਖਿਆ ਹੋਗੀ 31 ਤੇ 2019 ਦੇ ਵਿੱਚ ਸਟੂਡੈਂਟਸ ਇਹ ਸੰਖਿਆ ਹੋਗੀ 34। ਲਓ ਜੀ ਆ ਸਾਰੇ ਦਸਤੇ ਕਦੋਂ ਕਦੋਂ ਕਿਵੇਂ ਕਿਵੇਂ ਜੱਜ ਜਿਹੜੇ ਵਧੇ ਨੇ। 1956 ਦੇ ਵਿੱਚ 11, ਫਿਰ 60 ਦੇ ਵਿੱਚ 13, 68 ਦੇ ਵਿੱਚ 18, 86 ਦੇ ਵਿੱਚ 26, 2009 ਦੇ ਵਿੱਚ 31 ਤੇ 2019 ਦੇ ਵਿੱਚ 2019 ਦੇ ਵਿੱਚ 34। ਇਸ ਤਰ੍ਹਾਂ ਸਟੂਡੈਂਟਸ ਆਪਣੇ ਕੋਲੇ 34 ਜੱਜ ਨੇ। ਹੁਣ ਇਹ ਫੈਸਲਾ ਕਿਹਨੇ ਕਰਨਾ ਹੈ ਜੀ? ਇਹ ਫੈਸਲਾ ਕਰੂਗੀ ਪਾਰਲੀਮੈਂਟ। ਪਾਰਲੀਮੈਂਟ ਹੈ ਜਿਹੜੀ ਭਾਰਤ ਦੀ ਸੰਸਦ ਹੈ, ਉਹਨੇ ਫੈਸਲਾ ਕਰਨਾ ਹੈ ਵੀ ਕਿੰਨੇ ਜੱਜ ਹੈ। ਹੁਣ ਇਹ ਆਮ ਤੌਰ ਤੇ ਕੇਸ ਨੂੰ ਦੇਖਦੇ ਹੋਏ ਵੀ ਭਾਰਤ ਦੇ ਵਿੱਚ ਜਿਵੇਂ ਕੇਸਾਂ ਦਾ ਲੈਵਲ ਵੱਧਦਾ ਜਾਂਦਾ ਤਾਂ ਉਹਨਾਂ ਦੇ ਹਿਸਾਬ ਦੇ ਨਾਲ ਜਿਹੜੇ ਜੱਜ ਹੈ ਉਹ ਸੁਪਰੀਮ ਜਿਹੜਾ ਆਪਣਾ ਪਾਰਲੀਮੈਂਟ ਉਹ ਐਕਟ ਪਾਸ ਕਰਕੇ ਅਮੈਂਡਮੈਂਟ ਕਰਕੇ ਉਹ ਵਧਾ ਸਕਦੀ ਹੈ। ਤਾਂ ਇਹ ਕੰਮ ਮੇਨ ਪਾਰਲੀਮੈਂਟ ਦਾ। ਹੁਣ ਇੱਕ ਗੱਲ ਯਾਦ ਰੱਖਿਓ ਵੀ 1937 ਦੇ ਵਿੱਚ ਕੀ ਬਣੀ ਸੀ ਜੀ? ਫੈਡਰਲ ਕੋਰਟ ਬਣੀ ਸੀ। ਫੈਡਰਲ ਕੋਰਟ ਹੀ 1950 ਦੇ ਵਿੱਚ ਆ ਕੇ ਬਣ ਗਈ ਸੁਪਰੀਮ ਕੋਰਟ। ਹੁਣ ਇਹ ਕਿੱਥੇ ਹੈ? ਦਿੱਲੀ। ਇਮਾਰਤ ਉਹੀ ਹੈ, ਬਸ ਪਹਿਲਾ ਨਾਮ ਫੈਡਰਲ ਕੋਰਟ ਸੀ, ਹੁਣ ਨਾਮ ਹੋ ਗਿਆ ਸੁਪਰੀਮ ਕੋਰਟ। ਤੇ ਪਹਿਲੀ ਵਾਰੀ ਕੋਰਟ ਕਦੋਂ ਬਣੀ ਸੀ ਜੀ? ਬਣੀ ਸੀ 1773 ਦੇ ਰੈਗੂਲੇਟਿੰਗ ਐਕਟ 1773 ਤੇ ਜਿਹੜਾ ਰੈਗੂਲੇਟਿੰਗ ਐਕਟ ਸੀ ਉਸ ਤੋਂ ਬਾਅਦ ਕਲਕੱਤੇ ਦੇ ਵਿੱਚ ਬਣੀ ਸੀ। ਤੇ ਉਸ ਦੇ ਸੀਜੀਆਈ ਕੌਣ ਸੀ? ਐਲੀਜ਼ਾ ਇੰਪੇ। ਐਲੀਜ਼ਾ ਇੰਪੇ ਉਸ ਸਮੇਂ ਉਸਦੇ ਸੀਜੀਆਈ ਸੀਗੇ ਤੇ ਟੋਟਲ ਉਸ ਸਮੇਂ ਉਹਦੇ ਵਿੱਚ 4 ਜੱਜ ਹੋਇਆ ਕਰਦੇ ਸੀ, ਜਿਹੜੀ ਪਹਿਲੀ ਕਲਕੱਤੇ ਦੇ ਵਿੱਚ ਕੋਰਟ ਬਣੀ ਸੀ। ਠੀਕ ਹੈ ਜੀ। ਫਿਰ ਫੈਡਰਲ ਕੋਰਟ ਬਣੀ, ਫਿਰ ਸੁਪਰੀਮ ਕੋਰਟ ਬਣੀ। ਹਲੋ ਇਹ ਤਾਂ ਸੀਗਾ ਇਹਦਾ ਇਤਿਹਾਸ ਵੀ ਕਿਵੇਂ ਜਿਹੜੀ ਅਦਾਲਤਾਂ ਨੇ ਆਪਣੇ ਇੰਡੀਆ ਦੇ ਵਿੱਚ ਉਹਨੇ ਕੰਮ ਕਰਨਾ ਸ਼ੁਰੂ ਕੀਤਾ। ਫਿਰ ਉਸ ਤੋਂ ਬਾਅਦ 1950 ਤੋਂ ਬਾਅਦ ਹੁਣ ਉਰੇ ਜੇ ਇਹਦੇ ਵੀ ਆਰਟੀਕਲ ਜਿਵੇਂ ਤੁਹਾਨੂੰ ਦੱਸਿਆ ਆਰਟੀਕਲ 124 ਹੈ। ਆਰਟੀਕਲ 124 ਦੇ ਵਿੱਚ ਲਿਖਿਆ ਵੀ ਭਾਰਤ ਦੀ ਇੱਕ ਸੁਪਰੀਮ ਕੋਰਟ ਹੋਊਗੀ ਤੇ ਸੁਪਰੀਮ ਕੋਰਟ ਦਾ ਸਥਾਨ ਕਿੱਥੇ ਹੈ ਜੀ? ਉਹ ਦਿੱਲੀ ਦੇ ਵਿੱਚ ਹੈ, ਸਾਰਿਆਂ ਨੂੰ ਪਤਾ। ਹੁਣ ਸਟੂਡੈਂਟਸ ਜੇ ਮੈਂ ਉਰੇ ਇੱਕ ਗੱਲ ਕਰਾਂ ਕੁਆਲੀਫਿਕੇਸ਼ਨ ਇੱਕ ਜੱਜ ਬਣਨ ਦੀ, ਜਿਹੜਾ ਸੁਪਰੀਮ ਕੋਰਟ ਦਾ ਜੇ ਤੁਸੀਂ ਜੱਜ ਬਣਨਾ ਹੈ ਜੱਜਿਸ, ਤਾਂ ਇਹਨਾਂ ਦੀ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ? ਇਹਨਾਂ ਦੀ ਕੁਆਲੀਫਿਕੇਸ਼ਨ ਹੈ ਸਟੂਡੈਂਟਸ ਦੇਖੋ, ਚਲੋ ਸਭ ਤੋਂ ਪਹਿਲਾਂ ਤਾਂ ਵੀ ਉਹ ਇੰਡੀਅਨ ਹੋਵੇ ਤਾਂ ਸਿੰਪਲ ਜੀ ਕੁਆਲੀਫਿਕੇਸ਼ਨ ਹੈ, ਹਰ ਇੱਕ ਥਾਂ ਤੇ ਆਂਦੀ ਹੀ ਆਂਦੀ ਹੈ। ਫਿਰ ਇਸ ਤੋਂ ਬਿਨਾਂ ਸਟੂਡੈਂਟਸ ਉਹਦੇ ਕੋਲ ਦੇਖੋ ਹਾਈ ਕੋਰਟ ਦੇ ਵਿੱਚ, ਕਿਸੇ ਹਾਈ ਕੋਰਟ ਦੇ ਵਿੱਚ ਜਾਂ ਤਾਂ ਉਹਨੇ 10 ਸਾਲ ਪ੍ਰੈਕਟਿਸ ਕਰੀ ਹੋਵੇ ਵਕੀਲ ਦੇ ਤੌਰ ਤੇ, 10 ਸਾਲ ਸਟੂਡੈਂਟ ਜਾਂ ਤਾਂ ਉਹ ਪ੍ਰੈਕਟਿਸ ਹੋਵੇ ਜਾਂ ਸਟੂਡੈਂਟਸ ਘੱਟੋ ਘੱਟ 5 ਸਾਲ ਦਾ ਉਹਦੇ ਕੋਲ ਜਿਹੜਾ ਸੀਜੀ ਚੀਫ ਜਸਟਿਸ ਜਾਂ ਅਦਰ ਜੱਜ, ਕਿਸੇ ਵੀ ਜੱਜ ਜਾਂ ਚੀਫ ਜਸਟਿਸ ਦਾ ਉਹਦੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ 5 ਸਾਲ ਦਾ। ਉਹ ਹੁਣ ਇੱਕ ਅਦਾਲਤ ਦੇ ਵਿੱਚ ਹੋਵੇ ਜਾਂ ਇੱਕ ਤੋਂ ਵੱਧ ਅਦਾਲਤਾਂ ਦੇ ਵਿੱਚ ਮਿਲਾ ਕੇ 5 ਸਾਲ ਹੋਵੇ, ਘੱਟੋ ਘੱਟ 5 ਸਾਲ, ਵੱਧ ਜਿੰਨਾ ਮਰਜ਼ੀ ਹੋਵੇ। ਠੀਕ ਹੈ ਜੀ। ਤੇ ਆਹ ਮੇਨ 2-3 ਕੁਆਲੀਫਿਕੇਸ਼ਨ, ਆਹ ਕੁਆਲੀਫਿਕੇਸ਼ਨ ਜਿਹੜੀਆਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਤਾਂ ਹਾਈ ਕੋਰਟ ਦੇ ਵਿੱਚ 10 ਸਾਲ ਉਹਨੇ ਪ੍ਰੈਕਟਿਸ ਕਰੀ ਹੋਵੇ, ਇੱਕ ਹਾਈ ਕੋਰਟ ਦੇ ਵਿੱਚ ਕਰੀ ਹੋਵੇ, ਇੱਕ ਤੋਂ ਵੱਧ ਕਰੀ ਹੋਵੇ, ਕੋਈ ਮੈਟਰ ਨਹੀਂ ਹੈ। ਇਸੇ ਤਰ੍ਹਾਂ ਉਹਨੇ 5 ਸਾਲ ਜੱਜ ਦੇ ਤੌਰ ਤੇ ਕੰਮ ਕਰਿਆ ਹੋਵੇ ਜਾਂ ਚੀਫ ਜਸਟਿਸ ਦੇ ਤੌਰ ਤੇ ਕੰਮ ਕਰਿਆ ਹੋਵੇ, ਇੱਕ ਹਾਈ ਕੋਰਟ ਦੇ ਵਿੱਚ ਕਰਿਆ ਹੋਵੇ, ਇੱਕ ਤੋਂ ਵੱਧ ਕਰਿਆ ਹੋਵੇ, ਇਹ ਵੀ ਕੋਈ ਫਰਕ ਨਹੀਂ ਪੈਂਦਾ। ਠੀਕ ਹੈ। ਇਸ ਤਰ੍ਹਾਂ ਇਹ ਮੇਨ 2 ਕੁਆਲੀਫਿਕੇਸ਼ਨ ਨੇ। ਬਾਕੀ ਉਹੀ ਸਿੰਪਲ ਕੁਆਲੀਫਿਕੇਸ਼ਨ ਹੈ ਵੀ ਉਹ ਭਾਰਤ ਦਾ ਜਿਹੜਾ ਸਿਟੀਜ਼ਨ ਹੋਣਾ ਚਾਹੀਦਾ। ਜਦੋਂ ਤੱਕ ਉਹ ਇੰਡੀਆ ਦਾ ਸਿਟੀਜ਼ਨ ਨਹੀਂ ਹੈਗਾ ਉਹ ਸੁਪਰੀਮ ਕੋਰਟ ਦੇ ਵਿੱਚ ਜੱਜ ਨਹੀਂ ਲੱਗ ਸਕਦਾ। ਹੁਣ ਇੱਕ ਗੱਲ ਯਾਦ ਰੱਖੋ, ਬਾਈ ਬਰਥ ਇੰਡੀਅਨ ਸਿਟੀਜ਼ਨ ਹੋਣਾ ਇਹ ਜ਼ਰੂਰੀ ਨਹੀਂ ਹੈਗਾ। ਜਿਵੇਂ ਆਪਣੇ ਜਦੋਂ ਆਪਾਂ ਕੁਆਲੀਫਿਕੇਸ਼ਨ ਪੜ੍ਹਦੇ ਆ, ਤੁਸੀਂ ਐਮਪੀ ਦੀ ਪੜ੍ਹਦੇ ਹੋ, ਰੈਜ਼ੀਡੈਂਟ ਦੀ ਪੜ੍ਹਦੇ ਹੋ, ਐਮਐਲਏ ਦੀ ਪੜ੍ਹਦੇ ਹੋ, ਹਰ ਇੱਕ ਦੇ ਵਿੱਚ ਇੱਕ ਕੁਆਲੀਫਿਕੇਸ਼ਨ ਜ਼ਰੂਰੀ ਹੈ ਵੀ ਹੀ ਜਾਂ ਸ਼ੀ ਸ਼ੁੱਡ ਬੀ ਇੰਡੀਅਨ, ਉਹ ਇੰਡੀਅਨ ਹੋਣਾ ਚਾਹੀਦਾ। ਬਟ ਜਦੋਂ ਆਪਾਂ ਅਮਰੀਕਾ ਦੇ ਵਿੱਚ ਦੇਖਦੇ ਆ, ਅਮਰੀਕਾ ਦੇ ਵਿੱਚ ਉੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਉਹ ਬਾਈ ਬਰਥ ਹੋਣਾ ਚਾਹੀਦਾ। ਇਸ ਤਰ੍ਹਾਂ ਆਪਣੇ ਉਰੇ ਬਾਈ ਬਰਥ ਦੀ ਕੁਆਲੀਫਿਕੇਸ਼ਨ ਕਿਸੇ ਦੇ ਉੱਤੇ ਵੀ ਨਹੀਂ ਹੈਗੀ, ਬਟ ਉਹ ਉਹਦੇ ਕੋਲ ਇੰਡੀਅਨ ਸਿਟੀਜ਼ਨਸ਼ਿਪ ਹੈ ਜਿਹੜੀ ਇਹ ਹੋਣੀ ਚਾਹੀਦੀ ਹੈ। ਇਹ ਪੁਆਇੰਟ ਆਪਣੇ ਪੂਰੇ ਜਿਹੜਾ ਹਾਂਜੀ। ਇਸ ਤੋਂ ਬਾਅਦ ਹੁਣ ਸਟੂਡੈਂਟਸ ਜੇ ਮੈਂ ਹੁਣ ਅੱਗੇ ਆਪਾਂ ਗੱਲ ਕਰੀਏ ਅਪਾਇੰਟਮੈਂਟ, ਜਿਹੜੇ ਜੱਜ ਨੇ ਉਹਨਾਂ ਦੀ ਅਪਾਇੰਟਮੈਂਟ ਕਿਵੇਂ ਹੁੰਦੀ ਹੈ, ਉਹਨਾਂ ਦੀ ਸਟੂਡੈਂਟ ਨਿਯੁਕਤੀ ਕਿਵੇਂ ਹੁੰਦੀ ਹੈ। ਹੁਣ ਜਿਹੜੀ ਇਹਨਾਂ ਦੀ ਅਪਾਇੰਟਮੈਂਟ ਹੈ ਸਟੂਡੈਂਟਸ ਉਹ ਪ੍ਰੈਜ਼ੀਡੈਂਟ ਕਰਦਾ ਹੈ, ਪ੍ਰੈਜ਼ੀਡੈਂਟ। ਹੁਣ ਜਿਹੜੀ ਇਹਨਾਂ ਦੀ ਅਪਾਇੰਟਮੈਂਟ ਹੈ ਉਹ ਪ੍ਰੈਜ਼ੀਡੈਂਟ ਦੁਆਰਾ ਕੀਤੀ ਜਾਂਦੀ ਹੈ। ਹੁਣ ਪ੍ਰੈਜ਼ੀਡੈਂਟ ਕਿਵੇਂ ਕਰਦਾ, ਪੁਆਇੰਟ ਇਹ ਵੀ ਹੈ। ਤਾਂ ਸਟੂਡੈਂਟਸ ਆਮ ਤੌਰ ਤੇ ਜਿਹੜਾ ਪ੍ਰੈਜ਼ੀਡੈਂਟ ਉਹ ਕਿਸੇ ਵੀ ਹਾਈ ਕੋਰਟ ਦੇ ਜੱਜ ਨੂੰ ਜਾਂ ਵਕੀਲ ਨੂੰ, ਜਿਵੇਂ ਦੇਖੋ ਜਿਹੜਾ ਕੁਆਲੀਫਿਕੇਸ਼ਨ ਫੁੱਲਫਿਲ ਕਰਦਾ ਉਹਨੂੰ ਇੱਥੇ ਜੱਜ ਲਗਾ ਸਕਦਾ। ਪਰ 1993 ਦੇ ਵਿੱਚ 1993 ਦੇ ਵਿੱਚ ਜਦੋਂ ਫਰਸਟ ਜੱਜਿਸ ਕੇਸ ਆਇਆ,
ਇਸ ਕੇਸ ਦੇ ਵਿੱਚ ਉਰੇ ਸਟੇਟਮੈਂਟ ਦਿੱਤੀ ਗਈ ਵੀ ਪ੍ਰੈਜ਼ੀਡੈਂਟ ਵੱਲੋਂ ਜੱਜ ਅਪਾਇੰਟ ਕਰਨ ਲਈ ਪਹਿਲਾਂ ਸੀਜੀਆਈ ਦੀ ਸਲਾਹ ਹੈ ਜਿਹੜੀ ਉਹ ਲੈਣੀ ਜ਼ਰੂਰੀ। ਚੀਫ ਜਸਟਿਸ ਆਫ ਇੰਡੀਆ ਦੀ ਜਿਹੜੀ ਸਲਾਹ ਹੈ ਉਹ ਲੈਣੀ ਜ਼ਰੂਰੀ ਹੈ। ਉਹ ਆਪਣੀ ਮਰਜ਼ੀ ਦੇ ਨਾਲ ਜਿਹੜਾ ਜੱਜ ਅਪਾਇੰਟ ਨਹੀਂ ਕਰ ਸਕਦਾ। ਠੀਕ ਹੈ ਜੀ, ਇਹ ਪੁਆਇੰਟ ਕਲੀਅਰ ਹੋਣਾ ਚਾਹੀਦਾ। ਫਿਰ ਇਸ ਤੋਂ ਬਾਅਦ ਸਟੂਡੈਂਟਸ 5 ਸਾਲਾਂ ਬਾਅਦ 1998 ਦੇ ਵਿੱਚ 1998 ਦੇ ਵਿੱਚ 9 ਜੱਜਾਂ ਨੇ ਇੱਕ ਫੈਸਲਾ ਦਿੱਤਾ। ਕਹਿੰਦੇ ਸੀਜੀਆਈ ਹੈ ਨਾ ਜਿਹੜਾ, ਜਦੋਂ ਅਪਾਇੰਟਮੈਂਟ ਦੀ ਗੱਲ ਚੱਲ ਰਹੀ ਹੈ ਉਹ ਸਲਾਹ ਦੇਣ ਤੋਂ ਪਹਿਲਾਂ ਚਾਰ ਸੀਨੀਅਰ ਮੋਸਟ ਜਿਹੜੇ ਉਸ ਸਮੇਂ ਸਭ ਤੋਂ ਜ਼ਿਆਦਾ ਸੀਨੀਅਰ ਮੈਂਬਰ ਨੇ ਚਾਰ, ਉਹਨਾਂ ਦੀ ਸਲਾਹ ਲਊਗਾ। ਹੁਣ ਦੇਖੋ ਇੱਕ ਇਸ ਤਰ੍ਹਾਂ ਸਟੂਡੈਂਟ ਇੰਡੀਆ ਦੇ ਵਿੱਚ ਜਿਹੜਾ ਕਲੌਜ਼ੀਅਮ ਸਿਸਟਮ ਬਣਿਆ। ਹੁਣ ਆਮ ਤੌਰ ਤੇ ਇੱਕ ਕੁਐਸਚਨ ਆ ਜਾਂਦਾ ਹੈ ਵੀ ਜੱਜਸ ਦੀ ਜਿਹੜੀ ਅਪਾਇੰਟਮੈਂਟ ਆ ਉਹ ਕਿਹਦੇ ਨਾਲ ਹੁੰਦੀ ਹੈ ਸਟੂਡੈਂਟਸ? ਉਹ ਕਲੌਜ਼ੀਅਮ ਸਿਸਟਮ ਦੇ ਨਾਲ ਹੁੰਦੀ ਹੈ। ਇਹਨੂੰ ਕਹਿੰਦਾ ਕਲੌਜ਼ੀਅਮ ਸਿਸਟਮ। ਇਹ ਕਲੌਜ਼ੀਅਮ ਸਿਸਟਮ ਨੂੰ ਹੀ ਇੱਕ ਵਾਰ ਜਿਹੜੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਐਟ ਪ੍ਰੈਜ਼ੈਂਟ ਜਿਹੜੀ ਮੋਦੀ ਗਵਰਨਮੈਂਟ ਇਸ ਵੱਲੋਂ, ਜਦੋਂ ਐਨਜੇ ਲੈ ਕੇ ਆਏ ਸੀਗੇ ਨੈਸ਼ਨਲ ਜੱਜਸ ਅਪਾਇੰਟਮੈਂਟ ਕਮਿਸ਼ਨ, NJAC ਨੈਸ਼ਨਲ ਜੱਜਸ ਅਪਾਇੰਟਮੈਂਟ ਕਮਿਸ਼ਨ ਆਇਆ ਸੀਗਾ। ਬਟ ਚਲੋ ਉਸ ਕਮਿਸ਼ਨ ਨੂੰ ਜਿਹੜਾ ਸੁਪਰੀਮ ਕੋਰਟ ਨੇ ਰੱਦ ਕਰਤਾ। ਉਹ ਕਿਵੇਂ ਕਰਿਆ ਉਹ ਵੀ ਸਾਰਾ ਤੁਹਾਨੂੰ ਕਲਾਸ ਦੇ ਵਿੱਚ ਦੱਸਾਂਗਾ। ਤਾਂ ਸਟੂਡੈਂਟਸ ਹੁਣ ਇੱਕ ਗੱਲ ਯਾਦ ਰੱਖਿਓ, ਇੰਡੀਆ ਦੇ ਵਿੱਚ ਜਿਹੜਾ ਕਲੌਜ਼ੀਅਮ ਸਿਸਟਮ ਆ ਇਹ ਮੇਨ 1998 ਦੇ ਵਿੱਚ ਇਹਦੀ ਸ਼ੁਰੂਆਤ ਹੋਈ ਹੈ ਵੀ ਸੀਜੀਆਈ ਜਿਹੜਾ ਚਾਰ ਸੀਨੀਅਰ ਮੋਸਟ ਜੱਜਾਂ ਦੀ ਸਲਾਹ ਲਊਗਾ ਫਿਰ ਹੀ ਕਿਤੇ ਜਾ ਕੇ ਉਹ ਪ੍ਰੈਜ਼ੀਡੈਂਟ ਨੂੰ ਜਿਹੜੀ ਸਲਾਹ ਦਊਗਾ, ਅਦਰਵਾਈਜ਼ ਉਹ ਆਪਣੀ ਮਰਜ਼ੀ ਨਾਲ ਸਲਾਹ ਨਹੀਂ ਦੇ ਸਕਦਾ। ਤੇ ਉਰੇ ਸਟੂਡੈਂਟਸ ਇੱਕ ਗੱਲ ਇਹ ਵੀ ਕਹੀ ਗਈ ਹੈ ਵੀ ਜੇ ਇਹ ਜਿਹੜੇ ਚਾਰ ਸੀਨੀਅਰ ਜੱਜ ਨੇ ਇਹਨਾਂ ਦੇ ਵਿੱਚੋਂ ਜੇ 2 ਦੀ ਰਾਏ ਅਲੱਗ ਹੋਵੇ, 2 ਦੀ ਰਾਏ ਅਲੱਗ ਹੋਵੇ, 2 ਉਸ ਵਿਅਕਤੀ ਦੇ ਨਾਮ ਦੇ ਨਾਲ ਸਹਿਮਤ ਨਾ ਹੋਣ ਤਾਂ ਵੀ ਇਸ ਨੂੰ ਜਿਹੜੀ ਉਹ ਸਲਾਹ ਹੈ ਸੀਜੀਆਈ ਨੂੰ ਉਹ ਪ੍ਰੈਜ਼ੀਡੈਂਟ ਨੂੰ ਨਹੀਂ ਦੇਣੀ ਚਾਹੀਦੀ। ਇਹ ਸਟੂਡੈਂਟ ਸੈਕਿੰਡ ਜੱਜਸ ਕੇਸ 1998 ਦੇ ਵਿੱਚ 1998 ਦੇ ਵਿੱਚ ਸਟੂਡੈਂਟਸ ਇਹ ਜਿਹੜੀ ਗੱਲ ਹੈ ਉਹ ਕੀਤੀ ਗਈ ਹੈ। ਹਾਂਜੀ, ਹੁਣ ਜੇ ਸਟੂਡੈਂਟਸ ਅੱਗੇ ਆਪਾਂ ਗੱਲ ਕਰੀਏ, ਹੁਣ ਇਹ ਤਾਂ ਰਹੇਗੀ ਜੱਜਸ, ਕਿਸ ਤਰ੍ਹਾਂ ਇਹਨਾਂ ਦੇ ਜਿਹੜੇ ਜੱਜ ਨੇ ਉਹ ਪੁਆਇੰਟ ਹੁੰਦੇ ਨੇ। ਹੁਣ ਜੇ ਆਪਾਂ ਗੱਲ ਕਰੀਏ ਸੀਜੀਆਈ ਚੀਫ ਜਸਟਿਸ ਆਫ ਇੰਡੀਆ, ਇਹ ਕਿਵੇਂ ਅਪਾਇੰਟ ਹੁੰਦਾ ਹੈ ਜੀ? ਹੁਣ ਸਟੂਡੈਂਟਸ ਇਹ ਜਿਹੜਾ ਇਹ ਆਮ ਹੁੰਦਾ ਸੀਨੀਅਰਿਟੀ ਬੇਸ, ਸੀਨੀਅਰਿਟੀ ਦੇ ਆਧਾਰ ਤੇ, ਸੀਨੀਅਰਤਾ ਦੇ ਆਧਾਰ ਤੇ। ਤਾਂ ਉਰੇ ਇੱਕ ਜੱਜ ਜਦੋਂ ਸੀਜੀਆਈ ਰਿਟਾਇਰ ਹੋਇਆ ਉਹਨਾਂ ਤੋਂ ਬਾਅਦ ਜਿਹੜੇ ਬਾਕੀ 33 ਜੱਜ ਨੇ ਉਹਨਾਂ ਦੇ ਵਿੱਚੋਂ ਜਿਹੜਾ ਸੀਨੀਅਰ ਮੋਸਟ ਹੈ ਉਹ ਸੀਜੀਆਈ ਬਣ ਜਾਊਗਾ ਤੇ ਬਾਕੀ ਜਿਹੜੇ ਇੱਕ ਜੱਜ ਹੈ ਉਹਦੇ ਵਿੱਚ ਹੋਰ ਅਪਾਇੰਟ ਕੀਤਾ ਜਾਊਗਾ। ਇਸ ਤਰ੍ਹਾਂ ਇਹ ਜਿਹੜਾ ਪ੍ਰੋਸੈਸ ਹੈ। ਪਰ ਇੰਡੀਆ ਦੇ ਵਿੱਚ ਸਟੂਡੈਂਟਸ ਆਪਾਂ ਨੂੰ 2 ਵਾਰ ਇਹ ਜਿਹਾ ਵੀ ਦੇਖਣ ਨੂੰ ਮਿਲਿਆ ਜਦੋਂ ਸੀਜੀਆਈ ਦੀ ਅਪਾਇੰਟਮੈਂਟ ਦੇ ਲਈ ਸੀਨੀਅਰਿਟੀ ਨੂੰ ਅੱਖੋਂ ਓਲੇ ਕੀਤਾ ਗਿਆ। ਤਾਂ ਇਹ ਸਟੂਡੈਂਟਸ ਪੁਆਇੰਟ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ। ਹਾਂਜੀ, ਤਾਂ ਸਟੂਡੈਂਟਸ ਉਸ ਸਮੇਂ ਸਭ ਤੋਂ ਪਹਿਲੀ ਵਾਰੀ ਇਹ ਕਦੋਂ ਮਿਲਿਆ ਜੀ? 1973 ਦੇ ਵਿੱਚ, 1973 ਦੇ ਵਿੱਚ, ਜਦੋਂ ਸਟੂਡੈਂਟ ਜਸਟਿਸ ਸੈਨੇਟ, ਜਸਟਿਸ ਹੈਗੜੇ ਤੇ ਜਸਟਿਸ ਗਰੋਵਰ, ਜਸਟਿਸ ਸੈਨੇਟ, ਜਸਟਿਸ ਹੈਗੜੇ ਐਂਡ ਜਸਟਿਸ ਗਰੋਵਰ, ਇਹਨਾਂ ਤਿੰਨਾਂ ਦੀ ਸੀਨੀਅਰਿਟੀ ਨੂੰ ਅੱਖੋਂ ਓਲੇ ਕਰਕੇ ਚੌਥੇ ਨੰਬਰ ਦਾ ਜੱਜ ਅਜੀਤ ਨਾਥ ਰੇ ਇਹਨੂੰ ਜਿਹੜਾ ਸੀਜੀਆਈ ਅਪਾਇੰਟ ਕੀਤਾ ਗਿਆ। ਇਹ ਇੰਡੀਆ ਦੇ ਵਿੱਚ ਫਸਟ ਟਾਈਮ ਜਿਹੜੀ ਐਗਜ਼ਾਮਪਲ ਦੇਖਣ ਨੂੰ ਮਿਲੀ ਸੀ। ਇਸ ਤੋਂ ਪਹਿਲਾਂ ਇਹ ਇੰਡੀਆ ਦੇ ਵਿੱਚ ਐਗਜ਼ਾਮਪਲ ਕਦੇ ਵੀ ਨਹੀਂ ਹੋਈ ਸੀ। ਜਸਟਿਸ ਸੈਨੇਟ, ਜਸਟਿਸ ਹੈਗੜੇ ਐਂਡ ਜਸਟਿਸ ਗਰੋਵਰ ਇਹਨਾਂ ਦੀ ਸੀਨੀਅਰਿਟੀ ਨੂੰ ਓਲੇ ਕਰਦੇ ਹੋਏ, ਇੱਕ ਕਿਨਾਰੇ ਕਰਦੇ ਹੋਏ ਅਜੀਤ ਨਾਥ ਜਿਹੜਾ ਚੌਥੇ ਨੰਬਰ ਦਾ ਜੱਜ ਸੀ ਉਸ ਨੂੰ ਸੀਜੀਆਈ ਜਿਹੜਾ ਭਾਰਤ ਦੇ ਵਿੱਚ ਲਾਇਆ ਗਿਆ। ਇਹ ਪਹਿਲੀ ਵਾਰ ਐਗਜ਼ਾਮਪਲ ਦੇਖਣ ਨੂੰ ਮਿਲੀ। ਤੇ ਰੋਸ ਵਜੋਂ ਜਸਟਿਸ ਸੈਨੇਟ, ਜਸਟਿਸ ਹੈਗੜੇ ਐਂਡ ਜਸਟਿਸ ਗਰੋਵਰ ਚਾਰਾਂ ਨੇ ਕੀ ਕਰਤਾ ਸੀ ਜੀ? ਇਹਨਾਂ ਨੇ ਰੈਜ਼ਿਗਨੇਸ਼ਨ ਦਿੱਤਾ ਸੀ। ਤੇ ਉਸ ਤੋਂ ਬਾਅਦ ਸਟੂਡੈਂਟਸ ਇੱਕ ਐਗਜ਼ਾਮਪਲ ਫਿਰ 1977 ਦੇ ਵਿੱਚ ਆਈ ਜਦੋਂ ਸਟੂਡੈਂਟ HR ਖੰਨਾ ਨੂੰ ਇੱਕ ਪਾਸੇ ਕਰਦੇ ਹੋਏ ਜਿਹੜਾ ਜਸਟਿਸ ਬੇਗ, ਤਾਂ ਸਟੂਡੈਂਟ ਜਿਹੜਾ ਜਸਟਿਸ ਬੇਗ ਹੈ ਇਹਨੂੰ ਜਿਹੜਾ ਚੀਫ ਜਸਟਿਸ ਲਾਇਆ ਗਿਆ। ਇਹ ਇੱਕ ਐਗਜ਼ਾਮਪਲ 1977 ਦੇ ਵਿੱਚ ਦੇਖਣ ਨੂੰ ਮਿਲੀ ਸੀ। HR ਖੰਨਾ ਦੀ ਸੀਨੀਅਰਿਟੀ ਨੂੰ ਓਲੇ ਕਰਦੇ ਹੋਏ ਜਿਹੜਾ ਮਿਸਟਰ ਬੇਗ ਆ ਇਹਨੂੰ ਸੀਜੀਆਈ ਭਾਰਤ ਦੇ ਵਿੱਚ ਲਾਇਆ ਗਿਆ ਸੀ। ਇਹ ਸੈਕਿੰਡ ਟਾਈਮ ਐਗਜ਼ਾਮਪਲ ਆਪਾਂ ਨੂੰ ਦੇਖਣ ਨੂੰ ਮਿਲੀ ਸੀ।
ਉਸ ਤੋਂ ਬਾਅਦ ਲੈ ਕੇ ਅੱਜ ਤੱਕ 2024 ਤੱਕ ਜਿੰਨੇ ਵੀ CGI ਲਾਏ ਜਾਂਦੇ ਨੇ ਉਹ ਸੀਨੀਅਰਿਟੀ ਬੇਸ ਲਾਏ ਜਾਂਦੇ ਨੇ, ਉਹ ਸਟੂਡੈਂਟ ਸੀਨੀਅਰਤਾ ਦੇ ਆਧਾਰ ਤੇ ਲਾਏ ਜਾਂਦੇ ਨੇ। ਇਹ ਪੁਆਇੰਟ ਆਪਾਂ ਨੂੰ ਪਤਾ ਹੋਣੇ ਚਾਹੀਦੇ ਨੇ। ਹਾਂਜੀ, ਕਿਉਂਕਿ ਸਟੂਡੈਂਟ ਹੁਣ ਜੇ ਮੈਂ ਅੱਗੇ ਗੱਲ ਕਰਾਂ ਇਹਨਾਂ ਦੀ ਜਿਹੜੀ ਏਜ ਹੈ, ਦੇਖੋ ਸਟੂਡੈਂਟਸ ਉਰੇ ਕਿਤੇ ਵੀ ਮਿਨੀਮਮ ਏਜ ਨਹੀਂ ਲਿਖੀ ਹੋਈ, ਮਿਨੀਮਮ ਏਜ ਨਹੀਂ ਹੈਗੀ, ਬਟ ਉਰੇ ਮੈਕਸਿਮਮ ਏਜ, ਮੈਕਸਿਮਮ ਹੁਣ ਮੈਕਸਿਮਮ ਏਜ ਕਿੰਨੀ ਹੈ ਸਟੂਡੈਂਟ, ਉਹ ਹੈ ਏਜ ਹੈ ਜੀ 65 ਸਾਲ। ਵੀ ਮਤਲਬ ਇਹ 65 ਸਾਲ ਦੀ ਉਮਰ ਤੱਕ ਜਿਹੜੇ ਆਪਣੇ ਅਹੁਦੇ ਦੇ ਉੱਤੇ ਰਹਿ ਸਕਦੇ ਨੇ, ਇਹ ਮੈਕਸਿਮਮ ਏਜ ਹੈ, ਵੱਧ ਤੋਂ ਵੱਧ ਉਮਰ ਹੈ। ਇੱਕ ਜੱਜ ਸਟੂਡੈਂਟ 65 ਸਾਲ ਤੱਕ ਹੀ ਆਪਣੇ ਅਹੁਦੇ ਉੱਤੇ ਕੰਮ ਕਰ ਸਕਦਾ ਹੈ। 65 ਸਾਲ ਤੋਂ ਬਾਅਦ ਉਹਦੀ ਜਿਹੜੀ ਆਟੋਮੈਟਿਕਲੀ ਰਿਟਾਇਰਮੈਂਟ ਜਿਹੜੀ ਉਹਨੂੰ ਇੱਕ ਤਰ੍ਹਾਂ ਰਿਟਾਇਰਮੈਂਟ ਜਿਹੜੀ ਉਹਦੀ ਏਜ ਹੈ ਉਹ ਰਿਟਾਇਰਮੈਂਟ ਦੀ ਏਜ ਹੈ 65। ਜਿਵੇਂ ਗਵਰਨਮੈਂਟ ਜੌਬ ਦੇ ਵਿੱਚ 58 ਜਾਂ 60 ਆ, 58 ਜਾਂ 60 ਸਾਲ ਆ, ਤੇ ਉਰੇ ਸੁਪਰੀਮ ਕੋਰਟ ਦੇ ਜੱਜ ਦੀ ਜਿਹੜੀ ਉਮਰ ਹੈ ਰਿਟਾਇਰਮੈਂਟ ਦੀ ਏਜ ਉਹ 65 ਸਾਲ ਹੈ। ਹੁਣ ਸਟੂਡੈਂਟ ਜੇ ਮੈਂ ਇੱਕ ਗੱਲ ਕਰਾਂ ਇਹਨਾਂ ਦੀ ਸੈਲਰੀ ਦੀ, ਇਹਨਾਂ ਦੀ ਤਨਖਾਹ, ਤਾਂ ਸਟੂਡੈਂਟ CGI ਦੀ ਜਿਹੜੀ ਸੈਲਰੀ ਹੈ ਉਹ ਹੈਗੀ ਹੈ ਜੀ 2,80,000 ਰੁਪਏ। ਠੀਕ ਹੈ ਜੀ, 2,80,000 ਰੁਪਏ। ਤੇ ਜਿਹੜੇ ਬਾਕੀ ਜੱਜ ਨੇ ਅਦਰ ਜੱਜਸ, ਜਿਹੜੇ ਅਦਰ ਜੱਜ ਨੇ ਸਟੂਡੈਂਟ ਉਹਨਾਂ ਦੀ ਹੈ ਜੀ 2.5 ਲੱਖ ਰੁਪਏ। ਹੁਣ ਇਹ ਪੁਆਇੰਟ ਨੋਟ ਕਰਨਾ ਆਪਾਂ ਨੇ, ਚੀਫ ਜਸਟਿਸ ਦੀ 2,80,000 ਹੈ, ਬਾਕੀਆਂ ਦੀ 2.5 ਲੱਖ ਹੈ, ਤੇ ਇਹਨਾਂ ਨੂੰ ਇਹ ਸੈਲਰੀ ਮਿਲਦੀ ਕਿੱਥੋਂ ਹੈ ਜੀ, ਕੰਸੋਲੀਡੇਟਡ ਫੰਡ ਚੋਂ। ਹੁਣ ਜਿਹੜਾ ਇਹ ਕੰਸੋਲੀਡੇਟਡ ਫੰਡ ਆ, ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਸੰਚਿਤ ਨਿਧੀ ਕਹਿ ਦਿੰਦੇ ਆ, ਕੰਸੋਲੀਡੇਟਡ ਫੰਡ ਦਾ ਆਰਟੀਕਲ ਕਿਹੜਾ ਜੀ, ਆਰਟੀਕਲ 266 ਆਰਟੀਕਲ ਹੈ ਜੀ ਕੰਸੋਲੀਡੇਟਡ ਫੰਡ ਦਾ। ਇਹ ਪੁਆਇੰਟ ਵੀ ਸਟੂਡੈਂਟਸ ਆਪਾਂ ਨੂੰ ਪਤਾ ਹੋਣੇ ਚਾਹੀਦੇ ਨੇ। ਹਾਂਜੀ, ਤਾਂ ਸਟੂਡੈਂਟਸ ਅੱਜ ਦੀ ਕਲਾਸ ਦੇ ਵਿੱਚ ਦੇਖੋ ਮੈਂ ਤੁਹਾਨੂੰ ਸੁਪਰੀਮ ਕੋਰਟ ਬਾਰੇ ਕਾਫੀ ਕੁਝ ਜਿਹੜਾ ਇੱਥੇ ਤੱਕ ਦੱਸਿਆ। ਠੀਕ ਹੈ, ਇਸ ਤੋਂ ਬਾਅਦ ਸਟੂਡੈਂਟਸ ਆਪਾਂ ਨੈਕਸਟ ਕਲਾਸ ਦੇ ਵਿੱਚ ਡਿਸਕਸ ਕਰਾਂਗੇ, ਜਿਨ੍ਹਾਂ ਦੇ ਵਿੱਚ ਮੈਂ ਤੁਹਾਨੂੰ ਇਹਨਾਂ ਦੇ ਨਾਲ ਆਪਣੇ ਹਜੇ ਤੱਕ ਜਿਹੜੇ CGI ਨੇ ਸਾਰੇ CGI ਦੱਸਣੇ ਨੇ, ਤੇ ਫਿਰ ਇਹਨਾਂ ਤੋਂ ਬਾਅਦ ਸਟੂਡੈਂਟਸ ਜਿਹੜੇ ਅਦਰ ਇੰਪੋਰਟੈਂਟ ਆਰਟੀਕਲ ਨੇ ਵੀ ਐਡੀਸ਼ਨਲ ਜੱਜ ਪੁਆਇੰਟ ਕਰਨਾ ਜਾਂ ਐਡਹੌਕ ਜੱਜ ਪੁਆਇੰਟ ਕਰਨਾ, ਉਹ ਸਾਰੇ ਪੁਆਇੰਟ ਆਪਾਂ ਕੱਲ ਦੀ ਕਲਾਸ ਦੇ ਵਿੱਚ ਸਟੂਡੈਂਟਸ ਡਿਸਕਸ ਕਰਾਂਗੇ। ਪਰ ਇੱਕ ਗੱਲ ਯਾਦ ਰੱਖਿਓ, ਜਿਹੜੀ ਇਹਨਾਂ ਦੀ ਸੈਲਰੀ ਆ, ਸੈਲਰੀ ਇਹਨਾਂ ਨੂੰ ਕੰਸੋਲੀਡੇਟਡ ਫੰਡ ਦੇ ਵਿੱਚੋਂ ਮਿਲਦੀ ਹੈ 2.5 ਲੱਖ CGI ਨੂੰ, ਤੇ ਅਦਰ ਨੂੰ ਜਿਹੜੀ 2,80,000 CGI ਨੂੰ, ਤੇ ਅਦਰ ਨੂੰ 2.5। ਇਸ ਤੋਂ ਬਿਨਾਂ ਸਟੂਡੈਂਟਸ ਇਹਨਾਂ ਨੂੰ ਜਿਹੜੇ ਮੈਡੀਕਲ ਫੈਸਿਲਿਟੀਜ਼ ਆ, ਠੀਕ ਹੈ ਜੀ, ਫਿਰ ਅਲਾਉਂਸ ਹੈ ਉਹ ਅਲੱਗ ਤੋਂ। ਤਾਂ ਸਟੂਡੈਂਟ ਸਾਰੀ ਜ਼ਿੰਦਗੀ ਦਾ ਜਿਹੜਾ ਇਹਨਾਂ ਦਾ ਮੈਡੀਕਲ ਆ ਉਹ ਫ੍ਰੀ ਹੁੰਦਾ। ਫਿਰ ਇਹ ਪੂਰੇ ਇੰਡੀਆ ਦੇ ਵਿੱਚ ਕਿਤੇ ਵੀ ਟਰੈਵਲ ਕਰ ਸਕਦੇ ਨੇ, ਫ੍ਰੀ ਆਫ ਕਾਸਟ ਕਰ ਸਕਦੇ ਨੇ। ਠੀਕ ਹੈ ਜੀ, ਇਸ ਤੋਂ ਬਿਨਾਂ ਸਟੂਡੈਂਟਸ ਇਹਨਾਂ ਨੂੰ ਆਮ ਤੌਰ ਤੇ ਇਹਨਾਂ ਦੀ ਸੈਲਰੀ ਦੇ ਹਾਫ ਜਿਹੜਾ ਉਹ ਪੈਨਸ਼ਨ ਦੇ ਰੂਪ ਦੇ ਵਿੱਚ ਸਾਰੀ ਜ਼ਿੰਦਗੀ ਜਦ ਤੱਕ ਇਹ ਜਿਉਂਦੇ ਨੇ ਉਹ ਮਿਲਦਾ ਰਹਿੰਦਾ। ਹਾਂਜੀ, ਇਸ ਤਰ੍ਹਾਂ ਸਟੂਡੈਂਟਸ ਅੱਜ ਆਪਾਂ ਡਿਸਕਸ ਕਰਿਆ ਜੀ ਸੁਪਰੀਮ ਕੋਰਟ। ਮਿਲਦੇ ਹਾਂ ਹੁਣ ਕੱਲ ਦੀ ਕਲਾਸ ਵਿੱਚ। ਥੈਂਕ ਯੂ ਸਟੂਡੈਂਟਸ, ਟੇਕ ਕੇਅਰ, ਹੈਵ ਅ ਨਾਈਸ ਡੇ ਐਂਡ ਗॉड ਬlesਸ ਯੂ।